ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 423 ਦੇ ਉੱਪਰ ਅੰਕਿਤ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਦੂਸਰੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਉਂਝ ਆਸਾ ਰਾਗ ਦੀ 24ਵੀਂ ਅਸ਼ਟਪਦੀ ਹੈ, ਕਿਉਂਕਿ 22 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ, ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਦੀਆਂ। ਆਸਾ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ, ਸਤਿਗੁਰ ਹਮਰਾ ਭਰਮ ਗਵਾਇਆ। ਜੋ ਸਤਿਗੁਰ ਸਰੂਪ ਹੈ, ਜਦੋਂ ਗੁਰਬਾਣੀ ਨੂੰ ਸਮਝਾਂਗੇ ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜੋ ਸੱਚਾ ਗਿਆਨ ਹੈ ਸਤਿਗੁਰ ਸਰੂਪ ਹੈ। ਉਹ ਸੱਚਾ ਗਿਆਨ ਹਰ ਵਰਤਾਰੇ ਵਿੱਚ ਹੈ। ਉਸਨੇ ਜ਼ਿੰਦਗੀ ਦਾ ਭਰਮ ਭੁਲੇਖਾ ਦੂਰ ਕਰ ਦੇਣਾ ਹੈ। ਸੱਚੇ ਗਿਆਨ ਨੇ ਅਸਲੀਅਤ ਸਮਝਾ ਦੇਣੀ ਹੈ। ਅਸਲੀਅਤ ਕੀ ਹੈ, ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਹਰ ਨਾਮ ਨਿਰੰਜਨ ਮਨ ਵਸਾਇਆ। ਉਹ ਜੋ ਰੱਬੀ ਉਪਦੇਸ਼ ਹੈ, ਸੱਚੇ ਗਿਆਨ ਨੇ ਰੱਬੀ ਉਪਦੇਸ਼ ਦੇਣਾ ਹੈ। ਉਹ ਕਦੀ ਮੈਲਾ ਨਹੀਂ ਹੁੰਦਾ, ਨਿਰਅੰਜਨ, ਅੰਜਨ ਤੋਂ ਰਹਿਤ, ਮੈਲ ਤੋਂ ਰਹਿਤ ਹੈ। ਉਹ ਜਦੋਂ ਮਨ ਵਿੱਚ ਵਸ ਗਿਆ, ਮਨ ਨੂੰ ਚੰਗਾ ਲੱਗਿਆ ਰੱਬੀ ਉਪਦੇਸ਼, ਹਰੀ ਨਾਮ, ਮਨ ਮੰਨਣ ਨੂੰ ਤਿਆਰ ਹੋ ਗਿਆ। ਸ਼ਬਦ ਚੀਨ ਸਦਾ ਸੁਖ ਪਾਇਆ। ਜਦੋਂ ਉਸ ਉਪਦੇਸ਼ ਰਾਹੀਂ, ਉਸ ਰੱਬੀ ਉਪਦੇਸ਼ ਰਾਹੀਂ ਆਪਣੇ ਆਪ ਨੂੰ ਪਰਚੋਲਿਆ, ਉਸ ਉਪਦੇਸ਼ ਨੂੰ ਪਰਚੋਲਦਿਆਂ ਹੀ ਸੁਭਾਅ ਦੀ ਪਰਚੋਲ ਹੁੰਦੀ ਹੈ, ਤੇ ਫਿਰ ਇੱਕ ਸਦੀਵੀ ਸੁੱਖ ਮਿਲਦਾ ਹੈ। ਅੰਦਰ ਸੰਤੁਸ਼ਟੀ, ਸ਼ੁਕਰਾਨਾ, ਵਾਹਿਗੁਰੂ ਜੀ ਦੀ ਭੈ ਭਾਵਨੀ, ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਉਹ ਪ੍ਰਾਪਤ ਹੋ ਜਾਂਦਾ ਹੈ ਸੱਚੇ ਗਿਆਨ ਦੇ ਨਾਲ, ਰੱਬ ਦੇ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਰਾਹੀਂ ਆਪਣੇ ਜੀਵਨ ਨੂੰ ਪਰਚੋਲ ਕੇ। ਸੁਣ ਮਨ ਮੇਰੇ ਤਤ ਗਿਆਨ, ਐ ਮੇਰੇ ਮਨਾ, ਅਸਲੀਅਤ ਦੀ ਸੋਝੀ ਪ੍ਰਾਪਤ ਕਰਿਆ ਕਰ, ਉਸ ਨੂੰ ਸੁਣਿਆ ਕਰ। ਗੁਰਬਾਣੀ ਨੇ ਸਾਡੇ ਜੀਵਨ ਦੀ ਅਸਲੀਅਤ, ਸਾਡੇ ਸੋਚ ਸੁਭਾਅ ਦੀ ਅਸਲੀਅਤ, ਸਮਾਜ ਵਿੱਚ ਚੱਲ ਰਹੇ ਵਰਤਾਰੇ ਦੀ ਅਸਲੀਅਤ ਤੇ ਰੱਬੀ ਨਿਜ਼ਮ ਦੀ ਅਸਲੀਅਤ, ਇਹਨੂੰ ਸਮਝਾ ਦੇਣਾ ਹੈ। ਸੁਣ ਇਸ ਨੂੰ। ਦੇਵਨ ਵਾਲਾ ਸਭ ਵਿਦ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ ਰਹਾਉ। ਵਾਹਿਗੁਰੂ ਜੀ ਦੇਵਨ ਵਾਲੇ ਨੇ, ਉਹਨਾਂ ਕਿਸ ਵਿਧੀ ਨਾਲ ਸਾਨੂੰ ਦੇਣਾ ਹੈ ਉਹ ਆਪ ਹੀ ਜਾਣਦੇ ਨੇ। ਹਰ ਵਰਤਾਰਾ ਉਹਦੀ ਇੱਕ ਵਿਧੀ ਹੈ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਵਾਹਿਗੁਰੂ ਜੀ, ਤੁਸੀਂ ਆਪਣੀ ਇੱਕ ਐਸਾ ਨਿਜ਼ਮ ਹੈ, ਤੁਹਾਡਾ ਸੁਭਾਅ ਹੈ, ਤੁਸੀਂ ਅਣਗਿਣਤ ਵਰਤਾਰੇ ਵਰਤਾ ਕੇ ਕਿਸੇ ਨਾ ਕਿਸੇ ਵਿਧੀ ਰਾਹੀਂ ਸਮਝਾ ਦਿੰਦੇ ਹੋ। ਉਹ ਵਿਧੀਆਂ ਕਿਹੜੀਆਂ ਨੇ, ਉਹ ਵਾਹਿਗੁਰੂ ਜੀ ਆਪ ਜਾਣਦੇ ਨੇ, ਉਹ ਦੇਵਨ ਵਾਲੇ ਨੇ। ਤੇ ਉਹ ਇੱਕ ਵਰਤਾਰਾ ਵਰਤਾਉਂਦੇ ਨੇ, ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਜੋ ਉਪਦੇਸ਼ ਹੈ, ਗਿਆਨ ਰੂਪੀ ਨਾਮ, ਇਹ ਕਮਾਲ ਦਾ ਖਜ਼ਾਨਾ ਹੈ। ਇਹਨੇ ਸੋਚ ਤੇ ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ, ਘੜਨਾ ਹੈ। ਇਹ ਖਜ਼ਾਨਾ ਜਦੋਂ ਦਿੰਦੇ ਨੇ, ਉਹ ਫਿਰ ਕੋਈ ਨਾ ਕੋਈ ਵਿਧੀ ਵਰਤਾ ਦਿੰਦੇ ਨੇ। ਕੋਈ ਮਨ ਦੇ ਹਿਰਦੇ ਨੂੰ ਚੋਟ ਵੱਜਦੀ ਹੈ, ਹਲੂਣਾ ਮਿਲਦਾ ਹੈ, ਝੰਜੋੜਾ ਮਿਲਦਾ ਹੈ। ਇਹ ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ ਸ਼ਬਦ ਦਾ। ਸਤਿਗੁਰ ਭੇਟੇ ਕੀ ਵਡਿਆਈ, ਇਹ ਹੈ ਅਸਲੀ ਵਡਿਆਈ। ਉਹ ਸਤਿਗੁਰ ਸਰੂਪ ਦੇ ਨਾਲ ਮਿਲਾਪ ਹੋਣ ਦੀ, ਸੱਚੇ ਗਿਆਨ ਦੇ ਨਾਲ ਮਿਲਾਪ ਹੋਣ ਦੀ। ਸੱਚੇ ਗਿਆਨ ਦੇ ਨਾਲ ਜਦੋਂ ਮਿਲਾਪ ਹੁੰਦਾ ਹੈ, ਉਹਦੀ ਇੱਕ ਬਖਸ਼ਿਸ਼ ਮਿਲਦੀ ਹੈ। ਸਭ ਤੋਂ ਵੱਡੀ ਵਡਿਆਈ ਉਹਦੀ ਇਹ ਹੈ, ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ। ਅੰਦਰੋਂ ਜਿਹੜੀ ਮਮਤਾ ਹੈ ਨਾ, ਆਪਣੇ ਸੁਭਾਅ ਨੂੰ ਪਰਫੈਕਟ ਮੰਨਣਾ, ਆਪਣੀ ਸੋਚ ਨੂੰ ਪਰਫੈਕਟ ਮੰਨਣਾ, ਉਹਦੇ ਵਿੱਚੋਂ ਇਹ ਤ੍ਰਿਸ਼ਨਾ ਦੀ, ਸਵਾਰਥ ਦੀ, ਲੋਭ ਲਾਲਚ ਦੀ ਅੱਗ ਪੈਦਾ ਹੁੰਦੀ ਹੈ। ਸੱਚੇ ਗਿਆਨ ਨੇ ਹਿਰਦੇ ਨੂੰ ਚੋਟ ਮਾਰਨੀ ਹੈ, ਸਿੱਖਿਆਵਾਂ ਦੇਣੀਆਂ ਨੇ, ਉਹ ਸਵਾਰਥੀ ਸੋਚ ਅੰਦਰੋਂ ਉਹ ਅੱਗ ਬੁਝਾ ਦੇਣੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਣੀ ਹੈ। ਸਹਿਜੇ ਮਾਤਾ ਹਰ ਗੁਣ ਗਾਈ, ਤੇ ਫਿਰ ਸਹਿਜ ਮਿਲਦਾ ਹੈ। ਇਹ ਮਨ ਸਹਿਜ ਵਿੱਚ ਭਿੱਜਿਆ ਰਹਿੰਦਾ ਹੈ, ਇਹਨੂੰ ਸਹਿਜ ਦਾ ਗੁਣ ਜਿਉਣਾ ਬੜਾ ਚੰਗਾ ਲੱਗਦਾ ਹੈ। ਫਿਰ ਇਹਨੂੰ ਹਰੀ ਦੇ ਗੁਣ ਗਾਉਣੇ ਆ ਜਾਂਦੇ ਨੇ।
ਹਰੀ ਦੇ ਗੁਣ ਗਾਉਣੇ ਨੇ, ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਦੇ ਸ਼ੁਕਰਾਨੇ ਵਜੋਂ ਗੁਣਾਂ ਨੂੰ ਪਰਉਪਕਾਰ ਲਈ ਵਰਤਣਾ। ਬਿਨ ਗੁਰ ਪੂਰੇ ਕੋਇ ਨਾ ਜਾਣੀ। ਉਹ ਜੋ ਗੁਰ ਸਰੂਪ ਹੈ ਨਾ, ਗੁਰਬਾਣੀ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਹਰ ਵਰਤਾਰਾ ਜਦੋਂ ਸਿੱਖਿਆ ਦਿੰਦਾ ਹੈ, ਸੱਚਾ ਗਿਆਨ ਮਿਲਦਾ ਹੈ, ਰੱਬ ਸੱਚਾ ਗਿਆਨ ਮੰਨ ਕੇ ਹਰ ਵਰਤਾਰੇ ਵਿੱਚੋਂ ਮਿਲਦਾ ਹੈ, ਉਹ ਜ਼ਿੰਦਗੀ ਜਿਉਣ ਦਾ ਇੱਕ ਗੁਰ ਹੁੰਦਾ ਹੈ। ਉਹਦੇ ਤੋਂ ਬਿਨਾਂ ਇਸ ਦੀ ਸਮਝ ਨਹੀਂ ਪੈ ਸਕਦੀ, ਉਹਦੇ ਤੋਂ ਬਿਨਾਂ ਇਸ ਨੂੰ ਜਾਣਿਆ ਨਹੀਂ ਜਾ ਸਕਦਾ, ਅਸਲੀਅਤ ਨੂੰ ਨਹੀਂ ਜਾਣਿਆ ਜਾ ਸਕਦਾ। ਮਾਇਆ ਮੋਹ ਦੂਜਾ ਲੋ ਬਹਾਣੀ, ਤੇ ਮਨੁੱਖ ਦਾ ਮਨ ਦੂਜੇ ਭਾਵ ਵਿੱਚ, ਰਸਾਂ ਕਸਾਂ ਵਿੱਚ, ਮਾਇਆ ਵਿੱਚ, ਉਹਦੀ ਮਮਤਾ ਵਿੱਚ, ਮੋਹ ਵਿੱਚ ਉਲਝਿਆ ਰਹਿੰਦਾ ਹੈ, ਲੁਭਾਇਮਾਨ ਰਹਿੰਦਾ ਹੈ। ਗੁਰਮੁਖ ਨਾਮ ਮਿਲਾ ਹਰ ਬਾਣੀ, ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਜੋ ਨਾਮ ਹੈ, ਉਪਦੇਸ਼ ਹੈ, ਉਹ ਜਦੋਂ ਮਨ ਨੂੰ ਚੰਗਾ ਲੱਗਦਾ, ਮਨ ਮੰਨਣ ਨੂੰ ਤਿਆਰ ਹੁੰਦਾ, ਤੇ ਉਹ ਮਿਲਾਪ ਹੈ। ਉਹ ਮਿਲਾਪ ਹਰੀ ਦੀ ਬਾਣੀ ਨਾਲ ਹੈ, ਰੱਬ ਦੀ ਆਵਾਜ਼ ਨਾਲ ਹੈ। ਰੱਬ, ਗੁਰੂ ਸਾਹਿਬ ਕੀ ਕਹਿ ਰਹੇ ਨੇ, ਉਹ ਰੱਬ ਦੀ ਆਵਾਜ਼ ਹੈ, ਉਹ ਉਪਦੇਸ਼ ਹੈ। ਜਦੋਂ ਉਪਦੇਸ਼ ਚੰਗਾ ਲੱਗਿਆ ਤੇ ਰੱਬ ਦੀ ਆਵਾਜ਼ ਬਾਣੀ ਦੇ ਨਾਲ ਮਿਲਾਪ ਹੋ ਜਾਂਦਾ ਹੈ। ਉਸ ਨੂੰ ਮੰਨਣਾ ਹੀ ਸੇਵਾ ਹੈ। ਉਪਦੇਸ਼ ਗੁਰਬਾਣੀ ਦੇ ਗੁਰ ਸਰੂਪ ਹੈ। ਗੁਰ ਸਰੂਪ ਨੂੰ ਮੰਨਣਾ ਗੁਰਸਰੂਪ ਦੀ ਸੇਵਾ ਹੈ। ਗੁਰ ਸੇਵਾ, ਗੁਰ ਕੀ ਸੇਵਾ ਸ਼ਬਦ ਵਿਚਾਰ, ਉਪਦੇਸ਼ ਦੀ ਵਿਚਾਰ ਕਰਨੀ, ਹਉਮੈ ਮਾਰੇ ਆਪਣੇ ਸੁਭਾਅ ਨੂੰ ਪਰਫੈਕਟ ਮੰਨਣ ਦੀ, ਸੋਚ ਨੂੰ ਪਰਫੈਕਟ ਮੰਨਣ ਦੀ ਹਉਮੈ ਦੂਰ ਕਰਨੀ ਹੈ, ਕਰਨੀ ਸਾਰ, ਤੇ ਚੰਗਾ ਜੀਵਨ ਬਣਦਾ, ਚੰਗਾ ਆਚਰਣ ਬਣਦਾ। ਗੁਰ ਸੇਵਾ ਤਪਾਂ ਸਿਰ ਤਪਸਾਰ, ਉਹ ਜੋ ਗੁਰ ਸਰੂਪ ਦੀ ਸੇਵਾ ਹੈ ਨਾ, ਗੁਰ ਸਰੂਪ ਨੂੰ ਮੰਨਣਾ, ਉਪਦੇਸ਼ਾਂ ਨੂੰ ਮੰਨਣਾ, ਇਹ ਸਾਰੇ ਤਪਾਂ ਤੋਂ ਉੱਪਰ ਤਪ ਹੈ, ਤੇ ਇਹ ਅਸਲੀਅਤ ਹੈ, ਸਾਰ ਹੈ, ਤਤ ਸਾਰ ਹੈ ਜ਼ਿੰਦਗੀ ਦਾ। ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਹੇ ਹਰੀ ਜੀਓ, ਜਦੋਂ ਮਨ ਵਿੱਚ ਹਰੀ ਜੀਓ ਬਸ ਜਾਂਦੇ ਨੇ, ਹਰ ਜੀਓ, ਜਦੋਂ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਮਨ ਵਿੱਚ ਬਸ ਗਿਆ, ਮਨ ਭਿੱਜਣ ਲੱਗ ਪਿਆ, ਰੱਬ ਦੀ ਭੈ ਭਾਵਨੀ ਅੰਦਰ ਬਸ ਗਈ, ਤਾਂ ਜਿਹੜੇ ਦੁੱਖ ਨੇ ਜ਼ਿੰਦਗੀ ਦੇ, ਵਿਸਾਰਨ ਹਾਰ, ਭੁੱਲ ਜਾਂਦੇ ਨੇ, ਵਿਸਰ ਜਾਂਦੇ ਨੇ, ਦੁੱਖ ਸਤਾਉਂਦੇ ਨਹੀਂ। ਦਰ ਸਾਚੈ ਦਿਸੈ ਸਚਿਆਰ। ਫਿਰ ਇਹ ਜਿਹੜਾ ਮਨ ਹੈ, ਰੱਬ ਦੇ ਸਦੀਵੀ ਦਰ 'ਤੇ ਜਦੋਂ ਸਚਿਆਰਾ ਬਣ ਜਾਂਦਾ ਹੈ, ਪ੍ਰਵਾਨ ਹੋ ਜਾਂਦਾ ਹੈ, ਰੱਬ ਦੀਆਂ ਨਜ਼ਰਾਂ 'ਚ ਰੱਬ ਨੂੰ ਭਾ ਜਾਂਦਾ ਹੈ। ਗੁਰ ਸੇਵਾ ਤੇ ਤਿਰ ਭਵਨ ਸੋਝੀ ਹੋਏ। ਉਹ ਜੋ ਗੁਰ ਸਰੂਪ ਨੂੰ ਮੰਨਣਾ ਹੈ, ਉਹ ਗੁਰ ਸਰੂਪ ਦੀ ਸੇਵਾ ਹੈ। ਉਹਦੇ ਨਾਲ ਤਿੰਨਾਂ ਭਵਨਾਂ ਦੇ ਵਿੱਚ ਜੋ ਰੱਬ ਦੀਆਂ ਸ਼ਕਤੀਆਂ, ਰੱਬ ਦੇ ਨਿਜ਼ਮ, ਰੱਬ ਦੇ ਗੁਣ ਵਰਤਾਰੇ ਵਰਤ ਰਹੇ ਨੇ, ਇਹਦੀ ਸੋਝੀ ਆ ਜਾਂਦੀ ਹੈ। ਆਪ ਪਛਾਣ ਹਰ ਪਾਵੈ ਸੋਏ। ਫਿਰ ਉਹ ਰੱਬ ਦਾ ਜੋ ਸੱਚਾ ਗਿਆਨ ਹੈ, ਉਹ ਹਰ ਥਾਂ 'ਤੇ ਵਸਿਆ ਹੋਇਆ ਹੈ। ਸੱਚੇ ਗਿਆਨ ਦੇ ਨਾਲ ਫਿਰ ਆਪਣੇ ਆਪ ਦੀ ਪਹਿਚਾਣ ਆਉਂਦੀ ਹੈ। ਜਦੋਂ ਆਪਣੇ ਆਪ ਦੀ ਪਹਿਚਾਣ ਆਉਂਦੀ ਹੈ, ਸੋਚ ਸੁਭਾਅ ਸੰਵਾਰਿਆ ਜਾਂਦਾ ਹੈ, ਫਿਰ ਰੱਬ ਦੇ ਨਾਲ ਇੱਕ ਸਾਂਝ ਬਣਦੀ ਹੈ, ਉਹਦੀ ਭੈ ਭਾਵਨੀ ਵਿੱਚ ਜੀਵਨ ਮਿਲਦਾ ਹੈ। ਉਹਨੂੰ ਕਹਿੰਦੇ ਨੇ ਹਰ ਪਾਵੈ। ਸਾਚੀ ਬਾਣੀ ਮਹਲ ਪ੍ਰਾਪਤ ਹੋਏ। ਇਹ ਜੋ ਸਦੀਵੀ ਹੈ, ਰੱਬ ਦੀ ਆਵਾਜ਼, ਸੱਚਾ ਗਿਆਨ, ਇਹਦੇ ਨਾਲ ਫਿਰ ਗੁਰਮੁਖਤਾਈ ਵਾਲਾ, ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਵਾਲਾ ਜੋ ਸੁਭਾਅ ਹੈ, ਇਹ ਮਹਿਲ ਹੈ, ਪ੍ਰਾਪਤ ਹੁੰਦਾ ਹੈ। ਗੁਰਮੁਖ ਜੀਵਨ ਇਹ ਅਸਲੀ ਮਹਿਲ ਹੈ, ਇਹਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਸੇਵਾ ਤੇ ਸਭ ਕੁਲ ਉਧਾਰ ਹੈ। ਜੇ ਗੁਰ ਸਰੂਪ ਨੂੰ ਮੰਨਦੇ ਹਾਂ, ਇਹ ਗੁਰ ਸਰੂਪ ਦੀ ਸੇਵਾ ਹੈ, ਇਹਦੇ ਨਾਲ ਕੁਲਾਂ ਦਾ ਵੀ ਉਧਾਰ ਹੋ ਜਾਂਦਾ, ਯਾਨੀ ਪੀੜ੍ਹੀ ਦਰ ਪੀੜ੍ਹੀ ਇਹ ਜੋ ਗੁਰੂ ਦੀ ਵਿਚਾਰਧਾਰਾ ਫਿਰ ਘਰ ਵਿੱਚ ਚੱਲਦੀ ਹੈ। ਨਿਰਮਲ ਨਾਮ ਰੱਖੈ ਔਰ ਧਾਰੇ। ਉਹ ਜੋ ਨਿਰਮਲ ਨਾਮ ਹੈ, ਉਹਦਾ ਇੱਕ ਹਿੱਸਾ ਹੈ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਧਿਆਨ ਨਾਲ ਸੰਬੰਧਿਤ ਨਾਮ ਹੈ, ਨਿਰਮਲ ਹੈ, ਕਦੀ ਮੈਲਾ ਨਹੀਂ ਹੋ ਸਕਦਾ। ਇੱਕ ਗਿਆਨ ਨਾਲ ਸੰਬੰਧਿਤ ਹੈ, ਜਿਸ ਨੂੰ ਮੰਨਣਾ ਹੈ, ਉਹ ਰੱਬੀ ਉਪਦੇਸ਼ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਨੇ। ਇੱਕ ਸੋਚ ਨਾਲ ਸੰਬੰਧਿਤ ਹੈ, ਉਹ ਰੱਬ ਦਾ ਨਿਜ਼ਮ ਹੈ, ਉਸ ਨੂੰ ਫੋਲੋ ਕਰਨਾ ਹੈ। ਸੁਖਮਨੀ ਸਾਹਿਬ ਵਿੱਚ ਜੋ ਕਿਹਾ ਗਿਆ, ਨਾਮ ਕੇ ਧਾਰੇ ਸਗਲੇ ਜੰਤ, ਉਸ ਨਿਜ਼ਮ ਦੇ ਵਿੱਚ ਹੀ ਸਾਰੇ ਆ ਸਿਸਟਮ ਟਿਕਾਇਆ ਹੋਇਆ। ਜਿਨ੍ਹਾਂ ਨੇ ਉਸ ਨੂੰ ਉਰ ਧਾਰੇ, ਹਿਰਦੇ ਵਿੱਚ ਧਾਰਨ ਕਰ ਲਿਆ, ਧਿਆਨ ਰੂਪੀ ਨਾਮ, ਗਿਆਨ ਰੂਪੀ ਨਾਮ ਤੇ ਨਿਜ਼ਮ ਰੂਪੀ ਨਾਮ ਨੂੰ ਹਿਰਦੇ 'ਚ ਵਸਾ ਲਿਆ, ਹਿਰਦੇ 'ਚ ਵਾਸ਼ਨਾ ਬਣ ਗਈ, ਰੱਬ ਦੇ ਨਿਜ਼ਮ ਨੂੰ ਫੋਲੋ ਕਰਨਾ ਹੈ, ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਹੈ, ਫਿਰ ਉਹਦੇ ਰੱਬੀ ਉਪਦੇਸ਼ ਨੂੰ ਮੰਨਣਾ ਹੈ। ਸਾਚੀ ਸ਼ੋਭਾ ਸਾਚ ਦੁਆਰੇ। ਫਿਰ ਸੱਚਾ ਜੋ ਮਾਲਕ ਹੈ, ਸਦੀਵੀ ਹੈ, ਉਹਦੇ ਦਰ 'ਤੇ
ਸੱਚੀ ਸ਼ੋਭਾ ਵਡਿਆਈ ਮਿਲਦੀ ਹੈ, ਭਾਵ ਬਖਸ਼ਿਸ਼ ਮਿਲਦੀ ਹੈ। ਸੱਚੀ ਸ਼ੋਭਾ ਦੇ ਅਰਥ ਹੈ ਬਖਸ਼ਿਸ਼। ਸੇ ਵਡ ਭਾਗੀ ਜੇ ਗੁਰ ਸੇਵਾ ਲਾਏ, ਉਹ ਵੱਡੇ ਭਾਗਾਂ ਵਾਲੇ ਨੇ। ਉਹਨਾਂ ਦੇ ਅੰਦਰ ਗੁਣ ਹੈ, ਜਜ਼ਬਾ ਹੈ, ਪ੍ਰੀਤ ਹੈ, ਲਗਨ ਹੈ, ਭਾਵਨਾ ਹੈ। ਇਹ ਵੱਡੇ ਭਾਗ ਨੇ। ਇਸ ਕਰਕੇ ਹੀ ਉਹ ਗੁਰ ਸਰੂਪ ਨੂੰ ਮੰਨਣ ਦੀ ਸੇਵਾ 'ਚ ਤੁਰਦੇ ਨੇ। ਉਹਨਾਂ ਦੀ ਲਗਨ ਲੱਗਦੀ ਹੈ ਇਸ ਪਾਸੇ। ਆਨੰਦ ਦਿਨ ਭਗਤ ਸੱਚ ਨਾਮ ਦਰੜਾਏ, ਦਿਨ ਰਾਤ ਉਹ ਜੋ ਸਦੀਵੀ ਨਾਮ ਹੈ, ਸੱਚਾ ਗਿਆਨ ਉਪਦੇਸ਼, ਉਹਨੂੰ ਜ਼ਿੰਦਗੀ 'ਚ ਜਿਉਂਦੇ ਨੇ। ਪ੍ਰੈਕਟੀਕਲ ਆਦਤ ਪੱਕ ਜਾਂਦੀ ਹੈ, ਦ੍ਰਿੜ ਹੋ ਜਾਂਦਾ। ਇਹੋ ਹੀ ਉਹਨਾਂ ਦੀ ਭਗਤੀ ਹੈ। ਦਿਨ ਰਾਤ ਉਹਨਾਂ ਦੀ ਭਗਤੀ। ਦਿਨ ਭਗਤ, ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ, ਉਹਦੇ ਅਰਥ ਭਗਤੀ। ਨਾਮੇ ਉਧਰੇ ਕੁਲ ਸਬਾਏ, ਫਿਰ ਉਹ ਗਿਆਨ ਰੂਪੀ ਨਾਮ, ਧਿਆਨ ਰੂਪੀ ਨਾਮ, ਨਿਜ਼ਮ ਰੂਪੀ ਨਾਮ ਦੇ ਨਾਲ ਉਹ ਆਪ ਵੀ ਬਚ ਜਾਂਦੇ ਨੇ ਪਸ਼ੂ ਪ੍ਰਵਿਰਤੀਆਂ ਤੋਂ, ਮਾੜੀਆਂ ਪ੍ਰਵਿਰਤੀਆਂ ਤੋਂ, ਤੇ ਆਪਣੀ ਕੁੱਲ ਨੂੰ ਵੀ, ਸਾਰੀ ਨੂੰ ਬਚਾ ਲੈਂਦੇ ਨੇ। ਕੁੱਲ ਕਿਹੜੀ ਹੈ? ਜਿਨ੍ਹਾਂ ਨੇ ਮੰਨਿਆ। ਜਿਨ੍ਹਾਂ ਮੰਨਿਆ ਉਹ ਬਚ ਗਏ। ਨਾਨਕ ਸਾਚ ਕਹੈ ਵਿਚਾਰ। ਨਾਨਕ ਜੀ, ਇਹ ਜੋ ਸਦੀਵੀ ਨਿਜ਼ਮ ਚੱਲਦਾ ਰੱਬ ਦਾ, ਕਹਿੰਦੇ ਉਹਦੀ ਵਿਚਾਰ ਮੈਂ ਕਹਿ ਰਿਹਾ। ਇਹ ਰੱਬ ਦਾ ਨਿਜ਼ਮ ਹੈ। ਇਸ ਤਰੀਕੇ ਨਾਲ ਰੱਬ ਦਾ ਬਣਾਇਆ ਸਿਸਟਮ ਚੱਲ ਰਿਹਾ। ਇਸ ਲਈ ਪਿਆਰਿਓ, ਹਰ ਕਾ ਨਾਮ ਰੱਖੋ ਔਰ ਧਾਰ। ਇਸ ਲਈ ਜੋ ਰੱਬੀ ਨਾਮ ਹੈ, ਰੱਬੀ ਉਪਦੇਸ਼ ਹੈ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ, ਉਹਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਹਿਰਦੇ 'ਚ ਉਹਦੀ ਵਾਸ਼ਨਾ ਹੋਵੇ, ਚੰਗਾ ਲੱਗੇ। ਹਰ ਭਗਤੀ ਰਾਤੇ ਮੁਖ ਦੁਆਰ। ਇਹ ਜਿਹੜੀ ਭਗਤੀ ਹੈ ਨਾ, ਇਹਦੇ ਵਿੱਚ ਜਿਹੜੇ ਰੰਗੇ ਰਹਿੰਦੇ ਨੇ, ਇਸ ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਇਸ ਤਰ੍ਹਾਂ ਜੀਵਨ ਜਿਉਣਾ ਉਹਨਾਂ ਦੀ ਇੱਕ ਭਾਵਨਾ ਬਣ ਜਾਂਦੀ, ਲਗਨ ਬਣ ਜਾਂਦੀ। ਉਹ ਆਦਤਾਂ ਤੋਂ ਮੁਕਤੀ ਦਾ ਦੁਆਰਾ ਲੱਭ ਲਿਆ। ਇਹੋ ਹੀ ਆਦਤਾਂ ਤੋਂ ਮੁਕਤੀ ਦਾ ਦੁਆਰਾ ਹੈ। ਜੀਵਨ ਮੁਕਤ ਹੈ, ਆਦਤਾਂ ਤੋਂ ਮੁਕਤੀ। ਆਸਾ ਮਹੱਲਾ ਤੀਜਾ। ਆਸਾ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਤੀਜੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਆਸਾ ਰਾਗ ਦੀ 25ਵੀਂ ਅਸ਼ਟਪਦੀ। ਆਸਾ ਆਸ ਕਰੇ ਸਭ ਕੋਈ। ਜਿਹੜੀਆਂ ਅੰਦਰ ਚਿਤਵਨੀਆਂ ਨੇ ਨਾ, ਮੈਨੂੰ ਆਹ ਮਿਲ ਜਾਵੇ, ਆਹ ਮਿਲ ਜਾਵੇ, ਮੰਗਾਂ ਨੇ, ਭੁੱਖਾਂ ਨੇ, ਇਹ ਹਰ ਕੋਈ ਇਹਨਾਂ ਚਿਤਵਨੀਆਂ ਵਿੱਚ ਭੁੱਖਾਂ ਵਿੱਚ ਜਿਉ ਰਿਹਾ। ਹਰ ਕੋਈ ਆਸ ਕਰ ਰਿਹਾ। ਹੁਕਮੈ ਬੁਝੈ ਨਿਰਾਸ਼ਾ ਹੋਈ। ਜੇ ਉਹਦੇ ਨਿਜ਼ਮ ਨੂੰ ਪਹਿਚਾਨ ਲਵੇ ਕੋਈ, ਰੱਬ ਦੇ ਨਿਜ਼ਮ ਨੂੰ, ਤੇ ਉਹਦੇ ਨਿਜ਼ਮ ਨੂੰ ਫੋਲੋ ਕਰਨਾ ਹੈ, ਫਿਰ ਇੱਛਾਵਾਂ ਤੋਂ ਉੱਪਰ ਉੱਠਣਾ ਪਵੇਗਾ। ਨਿਰਾਸ਼ਾ ਚਿਤਵਨੀ ਨਹੀਂ, ਜ਼ਿੰਮੇਵਾਰੀਆਂ ਨੇ ਜ਼ਿੰਦਗੀ ਦੀਆਂ, ਨਿਭਾਉਣੀਆਂ ਨੇ। ਇਹਨਾਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹਦੀ ਬਖਸ਼ਿਸ਼ ਮਿਲਣੀ ਹੈ। ਇੱਛਾ ਨਹੀਂ ਕਰਨੀ, ਸੇਵਾ ਕਰਨੀ ਹੈ। ਨਿਰਿਛਤ ਹੋ ਕੇ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਜਿਹੜੇ ਆਸ਼ਾਵਾਂ ਵਿੱਚ, ਚਿਤਵਨੀਆਂ ਵਿੱਚ, ਮੰਗਾਂ ਵਿੱਚ ਜਿਉਂਦੇ ਨੇ, ਸਤਿਗੁਰੂ ਜੀ ਕਹਿੰਦੇ ਆਸ਼ਾ ਵਿੱਚ ਸੁੱਤੇ ਕਈ ਲੋਈ। ਦੁਨੀਆ ਸੁੱਤੀ ਪਈ ਹੈ, ਕੂਕ ਸੁੱਤੀ ਪਈ ਹੈ। ਸੋਚ ਸੁਭਾਅ ਨੂੰ ਪਰਚੋਲਣਾ, ਸੋਚ ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ, ਘਰ ਨੂੰ ਧਰਮਸ਼ਾਲਾ ਵਰਗਾ ਬਣਾਉਣਾ, ਬੱਚਿਆਂ ਨੂੰ ਗੁਰਮਤਿ ਵੰਡਣੀ, ਬੱਚਿਆਂ ਨੂੰ ਗੁਰੂ ਵਿਰਸੇ ਨਾਲ ਜੋੜਨਾ, ਇਹਨਾਂ ਮਾਮਲਿਆਂ 'ਤੇ ਸੁੱਤੇ ਪਏ। ਕਿਉਂਕਿ ਆਸ਼ਾਵਾਂ, ਉਮੀਦਾਂ, ਚਿਤਵਨੀਆਂ ਦੇ ਪਿੱਛੇ ਭੱਜ ਰਹੇ ਨੇ, ਮੰਗਾਂ ਦੇ ਪਿੱਛੇ ਭੱਜ ਰਹੇ ਨੇ। ਸੋ ਜਾਗੈ ਜਾਗਾ ਵੈ ਸੋਈ। ਰੱਬ ਦਾ ਨਿਜ਼ਮ ਚੱਲ ਰਿਹਾ। ਜੋ ਨਿਜ਼ਮ ਦੇ ਨੇੜੇ ਆ ਗਿਆ, ਰੱਬ ਨੇ ਜਗਾ ਦੇਣਾ ਉਸ। ਉਹਦੇ ਅੰਦਰ ਜਾਗ੍ਰਿਤੀ ਪੈਦਾ ਹੋ ਜਾਣੀ ਹੈ, ਸੋਝੀ ਪੈਦਾ ਹੋ ਜਾਣੀ ਹੈ। ਸਤਿਗੁਰ ਨਾਮ ਬੁਝਾਇਆ, ਬਿਨ ਨਾਵੈ ਭੁੱਖ ਨਾ ਜਾਈ। ਜੋ ਸਤਿਗੁਰ ਸਰੂਪ ਹੈ, ਸੱਚਾ ਗਿਆਨ, ਉਹਨੇ ਰੱਬੀ ਉਪਦੇਸ਼ ਦੀ ਸੋਝੀ ਕਰਾ ਦਿੱਤੀ, ਬੁਝਾਇਆ। ਤੇ ਉਸ ਰੱਬੀ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਅੰਦਰੋਂ ਸਵਾਰਥ ਤੇ ਲੋਭ ਦੀ ਭੁੱਖ ਨਹੀਂ ਮਿਟ ਸਕਦੀ। ਸਵਾਰਥੀ ਜਿਉਂਦਾ ਰਹੇਗਾ। ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੈ ਤਿਸੈ ਰਜ਼ਾਈ ਰਹਾਓ। ਉਹ ਜੋ ਰੱਬੀ ਉਪਦੇਸ਼ ਹੈ ਨਾ, ਗਿਆਨ ਰੂਪੀ ਨਾਮ, ਉਹਨੇ ਹਲੂਣਾ ਦੇਣਾ, ਸਾਨੂੰ ਝੰਜੋੜਾ ਦੇਣਾ, ਚੋਟਾਂ ਮਾਰਨੀਆਂ ਨੇ, ਤੀਰ ਮਾਰਨੇ ਨੇ। ਅਗਰ ਤੀਰ ਵੱਜ ਗਏ, ਉਪਦੇਸ਼ ਮਨ ਨੂੰ ਹਲੂਣ ਗਿਆ, ਝੰਜੋੜਾ ਦੇ ਗਿਆ, ਤ੍ਰਿਸ਼ਨਾ ਦੀ ਅਗਨ ਬੁਝ ਜਾਂਦੀ ਹੈ। ਫਿਰ ਉਹੀ ਇੱਛਾਵਾਂ ਚੰਗੇ ਪਾਸੇ ਤੁਰ ਪੈਂਦੀਆਂ ਨੇ। ਮੈਨੂੰ ਗੁਰੂ ਦੀ ਪ੍ਰੀਤ ਮਿਲੇ, ਮੈਨੂੰ ਵਾਹਿਗੁਰੂ ਜੀ ਦੀ ਭੈ ਭਾਵਨੀ ਮਿਲੇ, ਮੈਨੂੰ ਉਦਮ ਮਿਲੇ, ਪਰਉਪਕਾਰ ਦੀ ਬਿਰਤੀ ਮਿਲੇ, ਲਗਨ ਮਿਲੇ। ਇਸ ਪਾਸੇ ਜਦੋਂ ਤੁਰ ਪਏ, ਉਹ ਤ੍ਰਿਸ਼ਨਾ, ਲੋਭ, ਲਾਲਚ, ਸਵਾਰਥ ਬੁਝ ਗਿਆ, ਅੱਗ ਬੁਝ ਗਈ। ਤੇ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ, ਨਾਮ ਮਿਲਿਆ ਤਿਸੈ ਰਜ਼ਾਈ, ਤੇ ਫਿਰ ਜ਼ਿੰਦਗੀ ਜੋ ਵੀ ਹਾਲਾਤ ਹੋਣ, ਉਹਦੀ ਰਜ਼ਾ ਵਿੱਚ, ਉਹਦੇ ਹਾਲਾਤਾਂ ਨੂੰ ਖਿੜੇ ਮੱਥੇ ਮੰਨਣ ਦੀ ਯੋਗਤਾ ਆ ਜਾਂਦੀ ਹੈ। ਇਹ ਰਹਾਉ ਪਦ ਹੈ, ਸੈਂਟਰਲ ਆਈਡੀਆ ਹੈ ਸ਼ਬਦ ਦਾ। ਕਲ ਕੀਰਤ ਸ਼ਬਦ ਪਛਾਣ। ਇਸ ਕਲਯੁਗ ਦੇ ਵਿੱਚ ਰੱਬੀ ਉਪਦੇਸ਼ ਨੂੰ ਪਹਿਚਾਣ,
ਉਹਦੇ ਨਾਲ ਸਾਂਝ ਬਣਾ, ਉਹਨੂੰ ਜ਼ਿੰਦਗੀ ਜਿਉਂ। ਜਦੋਂ ਜ਼ਿੰਦਗੀ ਜਿਉਂ ਕੇ ਇਹ ਜੀਵਨ ਹੋਰਨਾਂ ਦੇ ਭਲੇ ਲਈ ਕੁਛ ਕਰੇਗਾ, ਤੇ ਜੀਵਨ ਦੀ ਜਿਹੜੀ ਕੀਰਤੀ ਹੈ ਰੱਬ ਦੀ ਕੀਰਤੀ ਹੈ, ਰੱਬ ਦੀ ਵਡਿਆਈ ਹੈ। ਇਹ ਹਾ ਭਗਤ ਚੁਕਾ ਅਭਿਮਾਨ। ਤੇ ਭਗਤੀ ਕੀ ਹੈ? ਅੰਦਰੋਂ ਅਭਿਮਾਨ ਖਤਮ ਹੋ ਜਾਣਾ, ਗੁਮਾਨ ਖਤਮ ਹੋ ਜਾਣਾ। ਆਪਣੇ ਸੁਭਾਅ ਨੂੰ ਪਰਫੈਕਟ ਮੰਨਣ ਦਾ, ਸੋਚ ਨੂੰ ਪਰਫੈਕਟ ਮੰਨਣ ਦਾ ਗੁਮਾਨ ਹੀ ਖਤਮ ਹੋ ਗਿਆ। ਸਤਿਗੁਰ ਸੇਵਿਆ ਹੋਵੇ ਪਰਵਾਨ। ਉਹ ਜੋ ਸਤਿਗੁਰ ਸਰੂਪ ਹੈ, ਸੱਚਾ ਗਿਆਨ, ਉਹਦੀ ਸੇਵਾ ਕੀ ਹੈ? ਮੰਨਣਾ। ਇਹ ਪ੍ਰਵਾਨ ਹੁੰਦਾ ਹੈ ਰੱਬ ਦੀ ਨਜ਼ਰ ਵਿੱਚ। ਜੋ ਸੱਚੇ ਗਿਆਨ ਨੂੰ ਮੰਨਦਾ ਹੈ, ਸਤਿਗੁਰ ਸਰੂਪ ਦੇ ਉਪਦੇਸ਼ਾਂ ਨੂੰ ਮੰਨਦਾ ਹੈ, ਉਹ ਪ੍ਰਵਾਨ ਹੋ ਜਾਂਦਾ ਹੈ, ਉਹਨੂੰ ਬਖਸ਼ਿਸ਼ ਮਿਲਦੀ ਹੈ। ਜਿਨ ਆਸਾ ਕੀਤੀ ਤਿਸ ਨੂੰ ਜਾਨ। ਜਿਨ੍ਹਾਂ ਨੇ ਇਸ ਪਾਸੇ ਦੀ ਆਸ਼ਾ ਕਰ ਲਈ, ਅੰਦਰ ਚਿਤਵਨੀ ਬਣ ਗਈ, ਅੰਦਰ ਇੱਕ ਪਿਆਸ ਬਣ ਗਈ, ਇੱਕ ਭੁੱਖ ਬਣ ਗਈ, ਮੰਗ ਬਣ ਗਈ ਕਿ ਮੈਂ ਉਹ ਜੀਵਨ ਜਿਉਵਾਂ ਜਿਹੜਾ ਮੇਰੇ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਹੈ। ਉਹ ਫਿਰ ਇਸ ਨੂੰ ਜਾਣ ਲੈਂਦੇ ਨੇ, ਸਮਝ ਲੈਂਦੇ ਨੇ, ਸਾਂਝ ਪੈਂਦੀ ਹੈ। ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ। ਜਿਹੜਾ ਕੋਈ ਉਪਦੇਸ਼ ਸੁਣਾ ਦੇਵੇ, ਜਦੋਂ ਉਪਦੇਸ਼ ਮਨ ਨੂੰ ਟੁੰਬ ਜਾਂਦਾ ਹੈ, ਮਨ ਨੂੰ ਹਲੂਣ ਦਿੰਦਾ ਹੈ, ਤੇ ਜਿਹਦੇ ਰਾਹੀਂ ਉਪਦੇਸ਼ ਮਿਲਿਆ ਨਾ, ਮਨ ਵਿੱਚ ਭਾਵਨਾ ਹੁੰਦੀ ਹੈ, ਇਹਦੇ ਲਈ ਮੈਂ ਕੀ ਭੇਟਾ ਕਰਾਂ, ਇਹਨੂੰ ਕੀ ਦੇਵਾਂ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗਿਆ ਗੁਰਸਿੱਖਾ ਮਨ ਮਿੱਠਾ। ਕਿਉਂਕਿ ਉਸ ਸ਼ਬਦ ਦੇ ਨਾਲ ਕਰ ਕਿਰਪਾ, ਨਾਮ ਮਨ ਵਸਾਏ। ਕਿਰਪਾ ਹੁੰਦੀ ਹੈ, ਨਾਮ ਮਨ ਵਿੱਚ ਵਸਦਾ ਹੈ। ਉਹ ਭੇਟਾ ਕੀ ਹੈ ਉਹਦੀ? ਉਹ ਹੈ ਇਹ ਸਿਰ ਦੀ ਜੈ ਆਪ ਗਵਾਏ। ਆਪਣੀ ਸੋਚ ਛੱਡ ਦੇਣੀ, ਆਪਣਾ ਸੁਭਾਅ ਪਾਸੇ ਕਰ ਦੇਣਾ, ਸੋਚ ਤੇ ਸੁਭਾਅ ਛੱਡ ਕੇ ਸਤਿਕਾਰ ਨਿਮਰਤਾ ਸਹਿਤ ਸਿੱਖਣ ਦੀ ਬਿਰਤੀ ਪੈਦਾ ਕਰਨੀ। ਇਹ ਭੇਟਾ ਹੈ। ਇੱਕ ਦੂਜੇ ਨੂੰ ਸਤਿਕਾਰ ਦੇਣਾ। ਹੁਕਮ ਹੈ ਬੁਝੈ ਸਦਾ ਸੁਖ ਪਾਏ। ਉਹ ਜਿਹੜਾ ਨਿਯਮ ਹੈ ਰੱਬ ਦਾ ਹੁਕਮ, ਉਹਨੂੰ ਜਦੋਂ ਬੁੱਝ ਲਿਆ, ਪਹਿਚਾਣ ਲਿਆ, ਤੇ ਅੰਦਰ ਇੱਕ ਸੰਤੁਸ਼ਟੀ ਮਿਲੇਗੀ। ਇਹ ਜੀਵਨ ਜਿਉਣ ਤੇ ਸ਼ੁਕਰਾਨਾ ਬਣੇਗਾ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਮਿਲੇਗਾ। ਉਹ ਆਤਮਿਕ ਸੁੱਖ ਹੈ, ਉਹ ਪ੍ਰਾਪਤੀ ਹੋਗੀ। ਉਹ ਅੰਦਰ ਹੈ ਸੁੱਖ। ਬਾਹਰ ਸਹੂਲਤਾਂ ਨੇ, ਬਾਹਰ ਫੈਸਿਲਿਟੀ ਹੈ, ਲਗਜ਼ਰੀ ਹੈ। ਸ਼ਾਂਤੀ, ਸੰਤੁਸ਼ਟੀ, ਸੁੱਖ ਅੰਦਰ ਪੈਦਾ ਹੁੰਦਾ ਹੈ। ਆਪ ਕਰੇ ਤੈ ਆਪ ਕਰਾਏ ਜਦੋਂ ਪ੍ਰਾਪਤ ਹੁੰਦਾ ਹੈ, ਫਿਰ ਮਨੁੱਖ ਦਾ ਮਨ ਗੁਮਾਨ ਛੱਡ ਜਾਂਦਾ ਹੈ, ਵਾਅਦਾ ਛੱਡ ਜਾਂਦਾ ਹੈ। ਅੰਦਰ ਇੱਕ ਭਾਵਨਾ ਹੁੰਦੀ ਹੈ, ਸਭ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਉਹ ਆਪ ਹੀ ਸਾਨੂੰ ਪੈਦਾ ਕਰਦਾ ਹੈ, ਆਪ ਹੀ ਵਿਧੀਆਂ ਬਣਾਉਂਦਾ ਹੈ, ਆਪ ਹੀ ਸਾਡੇ ਤੋਂ ਸਭ ਕੁਝ ਕਰਵਾ ਕੇ ਆਪ ਹੀ ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ। ਆਪੇ ਗੁਰਮੁਖ ਨਾਮ ਵਸਾਏ। ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਜਿਹੜਾ ਨਾਮ ਹੈ, ਉਪਦੇਸ਼ ਹੈ, ਉਹ ਫਿਰ ਵਾਹਿਗੁਰੂ ਜੀ ਜਦੋਂ ਬਖਸ਼ਿਸ਼ ਕਰਦੇ ਤੇ ਉਹਦੀ ਬਖਸ਼ਿਸ਼ ਦੇ ਨਾਲ ਹੀ ਮਨ ਵਿੱਚ ਵਸਦਾ ਹੈ। ਆਪ ਭੁਲਾਵੈ ਆਪ ਮਾਰਗ ਪਾਏ। ਰੱਬ ਦਾ ਨਿਯਮ ਹੈ, ਜਿਹਦੀ ਨੀਅਤ ਮੈਲੀ, ਸੋਚ ਮੈਲੀ, ਜਜ਼ਬਾ ਮੈਲਾ, ਉਹਦੀ ਦਿਸ਼ਾ ਗਲਤ ਹੈ, ਉਹ ਭਟਕਣਾ ਵਿੱਚ ਪਵੇਗਾ। ਜਿਹਦੀ ਸੋਚ ਸ਼ੁੱਧ ਹੈ, ਜਜ਼ਬਾ ਸ਼ੁੱਧ ਹੈ, ਅੰਦਰ ਭਾਵਨਾ ਦੂਸਰਿਆਂ ਨੂੰ ਖੁਸ਼ ਕਰਨ ਦੀ, ਅੰਦਰ ਭਾਵਨਾ ਦੂਸਰਿਆਂ ਦਾ ਭਲਾ ਕਰਨ ਦੀ, ਉਹਨੂੰ ਸਿੱਧੇ ਮਾਰਗ ਤੇ ਰੱਬ ਪਾ ਦਿੰਦਾ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭੁਆਈ ਹੈ। ਉਹਦਾ ਨਿਯਮ ਚੱਲ ਰਿਹਾ। ਸੱਚਾ ਸ਼ਬਦ ਸੱਚ ਸਮਾਏ। ਤੇ ਜਿਹੜੇ ਸੱਚੇ ਸ਼ਬਦ ਵਿੱਚ ਸੱਚਾ ਉਪਦੇਸ਼, ਸਦੀਵੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ ਮਨ ਨੂੰ ਚੰਗੀਆਂ ਲੱਗਦੀਆਂ ਨੇ, ਮਨ ਮੰਨਦਾ ਹੈ, ਮਨ ਉਹਦੇ 'ਚ ਸਮਾ ਜਾਂਦਾ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ। ਉਹ ਉਪਦੇਸ਼, ਰੱਬੀ ਉਪਦੇਸ਼, ਸੱਚਾ ਗਿਆਨ ਸਦੀਵੀ ਹੈ, ਤੇ ਉਹ ਆਵਾਜ਼, ਰੱਬ ਦੀ ਆਵਾਜ਼ ਵੀ ਸਦੀਵੀ ਹੈ। ਗੁਰਮੁਖ ਜੁਗ ਜੁਗ ਆਖ ਬਖਾਣੀ। ਜੋ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਉਪਦੇਸ਼ ਹੈ ਨਾ, ਉਹ ਜੁਗਾਂ ਜੁਗਾਂਤਰਾਂ ਤੋਂ ਇਹ ਉਪਦੇਸ਼ ਦੁਨੀਆ ਤੇ ਹੈ। ਗੁਰੂ ਨਾਨਕ ਪਾਤਸ਼ਾਹ ਜੀ ਤੋਂ 250 ਸਾਲ ਪਹਿਲਾਂ ਇਹ ਉਪਦੇਸ਼ ਭਗਤ ਫਰੀਦ ਜੀ ਵਰਗਿਆਂ ਦੀ ਰਚਨਾ ਤੇ ਉਚਾਰਨ ਹੋਇਆ। ਕਦੀ ਭਵਰੇ ਨੂੰ ਦੇਖ ਕੇ ਇਹ ਉਪਦੇਸ਼ ਮਿਲਦਾ ਹੈ, ਕਦੀ ਇਹ ਸੱਚਾ ਗਿਆਨ ਕੋਇਲ ਦੀ ਬੋਲੀ 'ਚੋਂ ਮਿਲਦਾ ਹੈ, ਰੱਬੀ ਵਰਤਾਰਿਆਂ 'ਚੋਂ ਮਿਲਦਾ ਹੈ, ਕਦੀ ਕੁਦਰਤ ਤੋਂ ਮਿਲਦਾ ਹੈ। ਗੁਰਬਾਣੀ ਦੇ ਰਚਨਹਾਰਿਆਂ ਨੇ ਇਹ ਕੁਦਰਤ ਦੇ ਵਿੱਚੋਂ ਹੀ ਇਸ ਨੂੰ ਆਪਣੇ ਅੰਦਰ ਸਮੋਇਆ। ਜੁਗਾਂ ਜੁਗਾਂਤਰਾਂ ਤੋਂ ਇਹ ਸੱਚਾ ਗਿਆਨ ਜੋ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਸੁਣਦੇ ਹਾਂ, ਸਦੀਵੀ ਚੱਲਦਾ ਆ ਰਿਹਾ। ਮਨਮੁਖ ਮੋਹ ਭਰਮ ਭੁਲਾਣੀ। ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗ ਕੇ ਮਨੁੱਖ ਆਪਣੇ ਮੋਹ ਤੇ, ਆਪਣੇ ਸੁਭਾਅ ਤੇ ਸੋਚ ਨਾਲ ਮੋਹ ਪਾ ਲੈਂਦਾ ਹੈ, ਤੇ ਭਰਮ ਭੁਲੇਖਿਆਂ ਵਿੱਚ ਭੁੱਲਿਆ ਭਟਕਿਆ ਰਹਿੰਦਾ ਹੈ। ਉਹਨੂੰ ਅਸਲੀਅਤ ਸਮਝ ਨਹੀਂ ਆਉਂਦੀ। ਬਿਨ ਨਾਵੈ ਸਭ ਫਿਰੈ ਬੌਰਾਣੀ। ਸਾਰੀ ਦੁਨੀਆ ਉਸ ਰੱਬੀ ਉਪਦੇਸ਼ ਨੂੰ ਮੰਨਣ ਤੋਂ ਬਿਨਾਂ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਭਿੱਜਣ ਤੋਂ ਬਿਨਾਂ ਇਹ ਬੌਰੀ ਕਮਲੀ ਹੋਈ ਫਿਰਦੀ ਹੈ, ਉਲਝੀ ਹੋਈ ਹੈ ਦੁਨੀਆ।
ਉਲਝਣ ਤਾਣੀ ਵਿੱਚ ਫਸ ਗਈ। ਤੀਨ ਭਵਨ ਮੈਂ ਏਕਾ ਮਾਇਆ, ਤਿੰਨਾਂ ਭਵਨਾਂ ਦੇ ਵਿੱਚ ਇਸ ਮਾਇਆ ਦਾ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਜੀ ਵਸੇ ਹੋਏ ਨੇ, ਤੇ ਉਹਦੀ ਬਣਾਈ ਹੋਈ ਮਾਇਆ ਵੀ ਵਸੀ ਹੋਈ ਹੈ। ਖਿੱਚ, ਉਹ ਖਿੱਚ ਜਿਹੜੀ ਦੂਜੇ ਪਾਸੇ ਲੈ ਜਾਂਦੀ, ਉਹ ਮਾਇਆ। ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ, ਜਿਹੜਾ ਮਨ ਨੂੰ ਸਾਹਮਣੇ ਰੱਖਦਾ, ਮੂੰਹ ਰੱਖ, ਆਪਣੀ ਹੀ ਵਿਚਾਰਧਾਰਾ ਨੂੰ ਆਪਣੇ ਸਾਹਮਣੇ ਰੱਖ ਕੇ ਹਰ ਇੱਕ ਤੇ ਠੋਸਣਾ, ਉਹ ਮੂੰਹ ਰੱਖ। ਪੜ੍ਹਦੇ ਨੇ ਪਰ ਦੂਜੇ ਭਾਵ ਵਿੱਚ ਉਲਝੇ ਹੁੰਦੇ ਨੇ, ਉਹ ਆਦਤ ਪੱਕੀ ਹੋਈ ਹੈ ਉਹਨਾਂ ਦੀ, ਪੜ੍ਹੀ ਜਾ ਰਹੇ ਨੇ ਨਿੰਦਾ ਚੁਗਲੀ ਦੇ ਰਸ ਵਿੱਚ, ਗੁਮਾਨ ਵਿਖਾਵੇ ਦੇ ਰਸ ਵਿੱਚ। ਬਹੁ ਕਰਮ ਕਮਾਵੇ ਦੁੱਖ ਸਬਾਇਆ, ਉਹ ਧਰਮ ਦੇ ਬੜੇ ਕਰਮ ਕਰਦੇ ਨੇ, ਦੁੱਖਾਂ ਦੇ ਬੀਜ ਬੀਜ ਲੈਂਦੇ ਨੇ, ਕਿਉਂਕਿ ਅੰਦਰੋਂ ਧਿਆਨ, ਅੰਦਰੋਂ ਖਿੱਚ ਦੂਜੇ ਪਾਸੇ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਉਹ ਜੋ ਸਤਿਗੁਰ ਸਰੂਪ ਹੈ, ਸੱਚਾ ਗਿਆਨ, ਉਸ ਨੂੰ ਮੰਨਣਾ ਉਸ ਦੀ ਸੇਵਾ ਹੈ। ਉਹਦੇ ਮੰਨਣ ਦੇ ਨਾਲ ਸਦੀਵੀ ਸੁੱਖ ਮਿਲੇਗਾ, ਸੰਤੁਸ਼ਟੀ ਮਿਲੇਗੀ, ਸ਼ੁਕਰਾਨਾ ਹੋਏਗਾ, ਸ਼ੁਕਰਾਨੇ ਦਾ ਰਸ ਹੋਏਗਾ, ਰੱਬ ਦੀ ਪ੍ਰੀਤ ਦਾ ਰਸ ਹੋਏਗਾ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਹੋਏਗਾ। ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਉਹ ਜੋ ਸ਼ਬਦ ਉਪਦੇਸ਼ ਦੀ ਵਿਚਾਰ ਹੈ ਨਾ, ਉਪਦੇਸ਼ ਨੂੰ ਵਿਚਾਰਨਾ ਭਾਵ ਉਪਦੇਸ਼ ਨੂੰ ਮੰਨਣਾ, ਇਹਦਾ ਇੱਕ ਰਸ ਆਉਂਦਾ ਹੈ, ਬੜਾ ਅੰਮ੍ਰਿਤ ਰਸ ਹੈ ਜਿਹਦੀ ਮ੍ਰਿਤੂ ਨਹੀਂ ਹੋ ਸਕਦੀ। ਅੰਮ੍ਰਿਤ ਮ੍ਰਿਤੂ ਤੋਂ ਰਹਿਤ, ਬੜਾ ਮਿੱਠਾ ਹੈ, ਆਨੰਦਦਾਇਕ ਹੈ, ਅੰਦਰੋਂ ਹੀ ਰਸ ਜਾਗਦਾ ਹੈ। ਅਨ ਦਿਨ ਭੋਗੇ ਹਉਮੈ ਮਾਰ, ਉਹ ਦਿਨ ਰਾਤ ਇਸ ਰਸ ਨੂੰ ਮਾਣਦੇ ਨੇ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਨੇ। ਉਹ ਹਮੇਸ਼ਾ ਮਹਿਸੂਸ ਕਰਦੇ ਨੇ ਮੈਨੂੰ ਜਿਉਣਾ ਨਹੀਂ ਆਇਆ, ਮੇਰੇ ਸੁਭਾਅ ਨੂੰ ਬਦਲਣ ਦੀ ਲੋੜ ਹੈ, ਮੇਰੇ ਸੋਚ ਨੂੰ ਬਦਲਣ ਦੀ ਲੋੜ ਹੈ। ਉਹ ਸੋਚ ਸੁਭਾਅ ਤੇ ਹਉਮੈ ਨਹੀਂ ਕਰਦੇ। ਸਹਿਜ ਆਨੰਦ ਕਿਰਪਾ ਧਾਰ, ਉਹਨਾਂ ਦੇ ਅੰਦਰ ਸਹਿਜ ਹੁੰਦਾ ਹੈ, ਉਹ ਸਹਿਜ ਦੇ ਵਿੱਚੋਂ ਆਨੰਦ ਨਿਕਲਦਾ ਹੈ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਇਹ ਦਾਤਾਂ ਦਿੰਦੇ ਨੇ। ਨਾਮ ਰਤੇ ਸਦਾ ਸੱਚ ਪਿਆਰ, ਜਿਹੜੇ ਨਾਮ ਵਿੱਚ ਰੰਗੇ ਰਹਿੰਦੇ ਨੇ, ਨਾਮ ਨਾਲ ਪਿਆਰ ਕਰਦੇ ਨੇ, ਪਿਆਰ ਵਿੱਚ ਭਿੱਜਦੇ ਨੇ। ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਇਹ ਵੀ ਨਾਮ ਹੈ, ਇਹਦੇ ਵਿੱਚ ਭਿੱਜਣਾ। ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ, ਇਹ ਵੀ ਗਿਆਨ ਰੂਪੀ ਨਾਮ ਹੈ, ਉਹਨੂੰ ਮੰਨਣਾ, ਉਹਦੇ ਪਿਆਰ ਵਿੱਚ ਭਿੱਜਣਾ, ਚੰਗੇ ਲੱਗਣੇ ਉਪਦੇਸ਼, ਰੱਬ ਦੇ ਨਿਯਮ ਨੂੰ ਫੋਲੋ ਕਰਨਾ। ਇਹ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਸੱਚ ਪਿਆਰ, ਉਹਨਾਂ ਦੇ ਅੰਦਰ ਸਦੀਵੀ ਪਿਆਰ ਹੈ, ਗੂੜਾ ਪਿਆਰ ਹੈ ਰੱਬ ਦੇ ਨਾਲ, ਇੱਕ ਲਗਨ ਹੈ। ਹਰ ਜਪ ਪੜ੍ਹੀਐ ਗੁਰ ਸ਼ਬਦ ਵਿਚਾਰ, ਜਦੋਂ ਗੁਰ ਸਰੂਪ ਗੁਰਬਾਣੀ ਦੀਆਂ ਸਿੱਖਿਆਵਾਂ, ਉਹਦੇ 'ਚ ਜੋ ਉਪਦੇਸ਼ ਹੈ, ਉਹਦੀ ਵਿਚਾਰ ਕੀਤੀ, ਮੰਨਿਆ, ਫਿਰ ਹਰੀ ਦੇ ਜਪ ਵਿੱਚ ਪੈਂਦਾ ਹੈ। ਫਿਰ ਇਹ ਹਰੀ ਦਾ ਜਪ ਅਸਲੀ ਹੈ ਗੁਰਮਤਿ ਅਨੁਸਾਰ। ਹਰ ਜਪ ਪੜ੍ਹੀਐ ਹਉਮੈ ਮਾਰ, ਇਹਦੇ ਲਈ ਹਉਮੈ ਮਾਰਨੀ ਪੈਂਦੀ ਹੈ। ਆਪਣੀ ਵਿਚਾਰਧਾਰਾ, ਆਪਣਾ ਸੋਚ ਸੁਭਾਅ, ਇਹਨੂੰ ਪਰਫੈਕਟ ਨਹੀਂ ਮੰਨਣਾ, ਸਿੱਖਣ ਦੀ ਬਿਰਤੀ ਪੈਦਾ ਕਰਨੀ ਹੈ। ਹਰ ਜਪੀਐ ਭੈ ਸੱਚ ਪਿਆਰ, ਜਿਹਨੂੰ ਹਰੀ ਨੂੰ ਜਪਣਾ ਆ ਗਿਆ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ, ਸਰੈਂਡਰ ਹੋ ਕੇ ਜਿਉਣਾ ਆ ਗਿਆ, ਉਹਨਾਂ ਦੇ ਅੰਦਰ ਸਦੀਵੀ ਪਿਆਰ, ਗੂੜਾ ਪਿਆਰ, ਸੱਚਾ ਪਿਆਰ ਹੁੰਦਾ ਹੈ। ਨਾਨਕ ਨਾਮ ਗੁਰਮਤਿ ਔਰ ਧਾਰ, ਹੇ ਨਾਨਕ ਜੀ ਆਪਣੇ ਆਪ ਨੂੰ ਕਹਿ ਕੇ ਸਾਨੂੰ ਉਪਦੇਸ਼ ਦੇ ਰਹੇ ਨੇ। ਉਹ ਜੋ ਰੱਬੀ ਉਪਦੇਸ਼ ਹੈ, ਉਹਦੇ ਲਈ ਪਹਿਲਾਂ ਗੁਰੂ ਦੀ ਸੋਚ ਅਪਣਾਉਣੀ ਪਵੇਗੀ। ਗੁਰਮਤਿ, ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਪਤਾ ਲੱਗਦਾ ਗੁਰੂ ਸਾਹਿਬ ਕਿਸ ਨਜ਼ਰੀਏ ਨਾਲ ਦੇਖਦੇ ਨੇ, ਗੁਰੂ ਸਾਹਿਬ ਦੀ ਸੋਚ ਕੀ ਹੈ। ਗੁਰੂ ਸਾਹਿਬ ਕਹਿੰਦੇ ਦੁੱਖ ਦੁੱਖ ਨਹੀਂ ਹੁੰਦਾ, ਦੁੱਖ ਦਾਤ ਹੁੰਦੀ ਹੈ, ਦੁੱਖ ਤਜਰਬਾ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨਿੰਦਾ ਚੰਗੀ ਨਹੀਂ ਹੁੰਦੀ, ਕ੍ਰੋਧ ਚੰਗਾ ਨਹੀਂ ਹੁੰਦਾ, ਲੋਭ ਲਾਲਚ ਚੰਗਾ ਨਹੀਂ ਹੁੰਦਾ, ਲੋਕ ਲਾਜ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚੰਗੇ ਨਹੀਂ ਹੁੰਦੇ। ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਸਾਨੂੰ ਗੁਰੂ ਸਾਹਿਬ ਦੀ ਸੋਚ ਪਤਾ ਲੱਗੇਗੀ। ਫਿਰ ਜਦੋਂ ਗੁਰੂ ਇਤਿਹਾਸ ਪੜ੍ਹਾਂਗੇ ਪਤਾ ਲੱਗੇਗਾ ਗੁਰੂ ਸਾਹਿਬ ਜੀ ਨੇ ਉਸ ਸੋਚ ਅਨੁਸਾਰ ਕਿਵੇਂ ਜਿਉਇਆ। ਉਸ ਨੂੰ ਹਿਰਦੇ 'ਚ ਧਾਰਨ ਕਰ। ਉਹਦੇ ਲਈ ਜੋ ਰੱਬੀ ਉਪਦੇਸ਼ ਹੈ, ਗੁਰਬਾਣੀ ਦੀਆਂ ਸਿੱਖਿਆਵਾਂ, ਉਹਨੂੰ ਪ੍ਰੈਕਟੀਕਲ ਜਿਉਣਾ ਸ਼ੁਰੂ ਕਰ। ਸਤਿਗੁਰੂ ਜੀ ਕਿਰਪਾ ਕਰਨ, ਜਿੰਨੀ ਕੁ ਗੁਰਬਾਣੀ ਦੀ ਸਮਝ ਆਵੇ, ਇਹਨੂੰ ਪ੍ਰੈਕਟੀਕਲ ਜ਼ਿੰਦਗੀ ਜਿਉਈਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।